Hello everyone, welcome to Victor's Knowledge. This is Chinu Sharma. So ਅੱਜ ਆਪਾਂ quantitative aptitude ਦਾ ਲੈਕਚਰ ਨੰਬਰ 2 ਕਵਰ ਕਰਨ ਜਾ ਰਹੇ ਹਾਂ ਤੇ ਜਿਹੜੇ ਟੌਪਿਕ ਅੱਜ ਇਸ ਲੈਕਚਰ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰੂੰਗੀ ਉਹਦੇ ਵਿੱਚ ਫਰਸਟ ਟੌਪਿਕ ਰਹਿਣ ਵਾਲਾ ਹੈ ਪਰਸੈਂਟੇਜ, ਦੈਨ ਐਵਰੇਜ, ਮੀਨ, ਮੀਡੀਅਨ, ਮੋਡ, ਰੇਂਜ। ਇਹ ਚੀਜ਼ਾਂ ਕੀ ਹੁੰਦੀਆਂ ਨੇ, ਉਸ ਤੋਂ ਬਾਅਦ ਪ੍ਰੋਫਿਟ ਐਂਡ ਲਾਸ। ਸੋ ਨਾਓ ਲੈਟਸ ਗੈਟ ਸਟਾਰਟਡ। ਸਭ ਤੋਂ ਪਹਿਲਾਂ ਪਰਸੈਂਟੇਜ ਤੇ ਐਵਰੇਜ ਆਪਾਂ ਡਿਸਕਸ ਕਰਾਂਗੇ। ਪਰਸੈਂਟ ਕੀ ਹੁੰਦਾ? ਪਰਸੈਂਟ ਹੁੰਦਾ ਹੈ हर 100 जिन्ना कोई 100 ਦਾ ਆਪਾਂ ਹਿੱਸਾ ਹੈ ਉਹਨੂੰ ਆਪਾਂ ਜਦੋਂ ਫ੍ਰੈਕਸ਼ਨ ਦੀ ਫਾਰਮ ਚ ਲਿਖਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਆ ਪਰਸੈਂਟੇਜ। ਸੋ ਅ ਫ੍ਰੈਕਸ਼ਨ whose denominator is 100, ਇਹ ਜਿਹਾ ਫ੍ਰੈਕਸ਼ਨ ਜਿਹਦਾ ਨੀਚੇ ਵਾਲਾ ਜੋ ਡਿਨੋਮੀਨੇਟਰ ਹੁੰਦਾ ਹੈ ਇਹ ਚੀਜ਼ 100 ਹੈ, ਉਹਨੂੰ ਆਪਾਂ ਕਹਿੰਦੇ ਆ ਪਰਸੈਂਟੇਜ। ਤੇ ਜਿਹੜਾ ਨਿਊਮੀਨੇਟਰ ਹੈ ਫ੍ਰੈਕਸ਼ਨ ਦਾ ਉਹਨੂੰ ਆਪਾਂ ਕਹਿੰਦੇ ਆ ਰੇਟ ਪਰਸੈਂਟ, ਮਤਲਬ 100 ਦਾ ਕਿੰਨਾ ਹਿੱਸਾ, ਕਿੰਨਾ ਰੇਟ। ਸੋ ਕੋਈ ਵੀ ਐਕਸਪ੍ਰੈਸ਼ਨ ਹੈ ਜਿਹਨੂੰ ਆਪਾਂ ਨੇ ਜੇ ਪਰਸੈਂਟੇਜ ਵਿੱਚ ਲਿਖਣਾ ਤਾਂ ਆਪਾਂ ਉਹਨੂੰ ਕਿਵੇਂ ਲਿਖਦੇ ਆ? ਸੋ ਉਹਨੂੰ ਆਪਾਂ ਜਿਵੇਂ ਆਪਾਂ ਨੇ 10/100 ਲਿਖਣਾ ਹੈ ਤਾਂ ਇਹ ਕੀ ਹੈ? ਇਹ 10% ਹੈ। ਆਪਾਂ ਪਰਸੈਂਟ ਨੂੰ ਹਟਾ ਕੇ ਨੀਚੇ ਡਿਨੋਮੀਨੇਟਰ 'ਚ 100 ਵੀ ਲਿਖ ਸਕਦੇ ਆ। ਜੇ ਆਪਾਂ ਨੇ 100 ਨਹੀਂ ਲਿਖਣਾ ਤਾਂ ਆਪਾਂ ਉੱਪਰ ਪਰਸੈਂਟ ਲਿਖ ਸਕਦੇ ਆ। ਸੋ ਇਹ ਨਿਊਮੀਨੇਟਰ ਹੋ ਗਿਆ ਰੇਟ। ਉਸ ਤੋਂ ਬਾਅਦ ਤੁਸੀਂ ਇੱਕ ਬਹੁਤ ਕਾਮਨ ਜਿਹਾ ਕੁਐਸਚਨ ਦੇਖਿਆ ਹੋਊਗਾ ਜਿਹੜਾ ਪੇਪਰ 'ਚ ਬਾਰ-ਬਾਰ ਪਰਸੈਂਟੇਜ ਤੋਂ ਆਉਂਦਾ ਕਿ ਜੇ ਇੱਕ ਜਾਣੇ ਦੀ ਇਨਕਮ ਇੰਨੇ % ਘਟ ਗਈ, ਦੂਜੇ ਦੀ ਇੰਨੀ ਵੱਧ ਗਈ ਤਾਂ ਜਾਂ ਉਹਦੀ ਵੱਧ ਗਈ ਉਹਦੀ ਘਟ ਗਈ ਤਾਂ ਕਿੰਨਾ ਟੋਟਲ ਫਰਕ ਆਊਗਾ A ਦੀ ਇਨਕਮ ਜਾਂ B ਦੀ ਇਨਕਮ। ਸੋ ਉੱਥੇ ਸ਼ਾਰਟਕਟ ਮੈਥਡ ਤੁਸੀਂ ਇਹ ਯਾਦ ਰੱਖਣੇ ਨੇ। ਜਿੱਥੇ A ਦੀ ਇਨਕਮ B ਨਾਲੋਂ ਕੁਝ ਜ਼ਿਆਦਾ % ਵਧੀ ਹੋਵੇ ਤਾਂ B ਦੀ ਇਨਕਮ A ਨਾਲੋਂ ਕਿੰਨੀ ਘਟੂਗੀ ਉਹਦੇ ਲਈ ਤੁਸੀਂ ਇਹ ਫਾਰਮੂਲਾ याद रखना है। R जिन्ना रेट परसेंट है बटे 100 प्लस R गुणा 100%। ਇਹਦਾ opposite है जिथे क्वेश्चन च लिखा होवे कि राम दी इनकम शाम नालों इन्ने % घट गई ਤਾਂ मतलब शाम दी इनकम राम नालों ਵੱਧ है, किन्नी ਵੱਧ है ਉਹ ਕੱਢਣ ਲਈ ਇਹ ਫਾਰਮੂਲਾ ਸਿੰਪਲ। ਉਸ ਤੋਂ ਬਾਅਦ ਐਵਰੇਜ ਕੀ ਹੁੰਦੀ ਹੈ? ਐਵਰੇਜ ਦਾ ਜਿਹੜਾ ਫਾਰਮੂਲਾ ਹੈ ਉਹ ਹੁੰਦਾ ਹੈ ਜਿੰਨੀਆਂ ਚੀਜ਼ਾਂ ਦਿੱਤੀਆਂ ਹੋਈਆਂ ਨੇ ਟੋਟਲ, ਜਿੰਨੀਆਂ ਆਬਜ਼ਰਵੇਸ਼ਨਸ ਨੇ ਉਹਨਾਂ ਦਾ ਜੋੜ ਬਟੇ ਜਿੰਨੇ ਨੰਬਰ ਆਫ ਆਬਜ਼ਰਵੇਸ਼ਨ ਨੇ। ਮੰਨ ਲਓ ਆਪਾਂ ਨੂੰ ਕੁਐਸਚਨ ਦੇ ਵਿੱਚ ਕਹਿਤਾ ਕਿ ਪਹਿਲੇ 10 ਹੋਲ ਨੰਬਰ ਦਾ ਤੁਸੀਂ ਐਵਰੇਜ ਦੱਸਣੀ ਹੈ। ਸੋ ਹੋਲ ਨੰਬਰ ਕਿੱਥੋਂ ਸ਼ੁਰੂ ਹੁੰਦੇ ਨੇ? 0 ਤੋਂ। ਸੋ 1 2 3 4 ਆਪਾਂ 9 ਤੱਕ ਲਿਖ ਲਾਂਗੇ। ਹੁਣ ਇਹਨਾਂ ਦਾ ਜੋੜ ਐਵਰੇਜ ਕੱਢਣ ਲਈ ਆਊਗਾ ਉੱਪਰ 0 + 1 + 2 + 3 9 ਤੱਕ डिवाइड करांगे ਆਪਾਂ किन्ने होल नंबर सी 10। सो बाय नंबर ऑफ ऑब्जर्वेशन। सो ਇਹ ਨਿਕਲ ਆਊਗੀ ਐਵਰੇਜ। ਜਿਹੜਾ ਐਵਰੇਜ ਦਾ ਫਾਰਮੂਲਾ ਹੈ ਇਹ ਸਪੀਡ ਟਾਈਮ ਡਿਸਟੈਂਸ ਵਾਲੇ ਕੁਐਸਚਨਾਂ ਦੇ ਵਿੱਚ ਵੀ ਕੰਮ ਆਉਂਦਾ ਹੈ, ਟ੍ਰੇਨ ਵਾਲਿਆਂ ਦੇ ਵਿੱਚ ਆਉਂਦਾ ਹੈ, ਬੋਰਡ ਸਟਰੀਮ ਵਾਲਿਆਂ 'ਚ ਕੰਮ ਆਉਂਦਾ ਹੈ। ਸੋ ਉਹ ਤੁਸੀਂ ਕਿਵੇਂ ਫਾਰਮੂਲਾ ਲਗਾਉਣਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ। ਜੇ ਕੋਈ ਦੋ ਅਨਇਕੁਅਲ ਦਾ ਮਤਲਬ ਹੈ ਕਿ ਜਾਂਦੇ ਹੋਏ ਹੋਰ ਆਉਂਦੇ ਹੋਏ ਉਹ ਹੋਰ, ਜਾਂ ਫਿਰ ਕੋਈ ਇਹੋ ਜਿਹੀ ਸਪੀਡ ਦੋ ਚੀਜ਼ਾਂ ਇਕੱਠੀਆਂ ਜਾ ਰਹੀਆਂ ਨੇ ਉਹਨਾਂ ਦੀ ਸਪੀਡ ਵੱਖ-ਵੱਖ ਹੈ। ਜਦੋਂ ਕੋਈ ਸਰਟੇਨ ਡਿਸਟੈਂਸ ਨੂੰ ਦੋ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਸਪੀਡ ਨਾਲ ਕਵਰ ਕਰਨ ਤਾਂ ਉੱਥੇ ਆਪਾਂ ਨੂੰ ਜੇ ਐਵਰੇਜ ਸਪੀਡ ਕੱਢਣੀ ਬਾਰੇ ਕੁਐਸਚਨ ਆ ਜਾਵੇ ਤਾਂ ਆਪਾਂ ਇਹ ਫਾਰਮੂਲਾ ਲਗਾਵਾਂਗੇ। ਜਾਂ ਫਿਰ ਕਈ ਵਾਰੀ ਕੀ ਹੁੰਦਾ, ਰਾਮ ਘਰ ਤੋਂ ਸਕੂਲ ਗਿਆ, ਸਕੂਲ ਤੋਂ ਵਾਪਿਸ ਘਰ ਆਇਆ, ਡਿਸਟੈਂਸ ਸੇਮ ਹੈ, ਜਾਂਦੇ ਹੋਏ ਉਹਨੇ ਇੰਨਾ ਸਮਾਂ ਲਿਆ, ਆਉਂਦੇ ਹੋਏ ਉਹਨੇ ਇੰਨਾ ਸਮਾਂ ਲਿਆ, ਤੁਸੀਂ ਉਹਦੀ ਐਵਰੇਜ ਸਪੀਡ ਕੱਢਣੀ ਹੈ। ਇਸ ਟਾਈਪ ਦੇ ਕੁਐਸਚਨ ਬਹੁਤ ਵਾਰੀ ਪੇਪਰ 'ਚ ਆਉਂਦੇ ਨੇ। ਸੋ ਉੱਥੇ ਤੁਸੀਂ ਸਿੱਧਾ ਇਹ ਫਾਰਮੂਲਾ ਲਗਾ ਦੇਣਾ, ਜਾਂਦੇ ਹੋਏ ਦੀ ਸਪੀਡ ਮਲਟੀਪਲਾਈ ਆਉਂਦੇ ਹੋਏ ਦੀ ਸਪੀਡ, 2 ਦੇ ਨਾਲ ਇਹਨੂੰ ਮਲਟੀਪਲਾਈ ਡਿਵਾਈਡ ਬਾय ਦੋਨੋਂ ਸਪੀਡ ਨੂੰ ਪਲੱਸ। ਸੋ ਇਹ ਸਿੰਪਲ ਜਿਹਾ ਫਾਰਮੂਲਾ ਲਗਾ ਦੇਣਾ, ਤੁਹਾਨੂੰ ਤੇ ਕੋਈ ਡਿਸਟੈਂਸ ਟਾਈਮ ਕੁਝ ਅਲੱਗ ਤੋਂ ਕੱਢਣ ਦੀ ਲੋੜ ਨਹੀਂ। ਸੋ ਇਹ ਕੁਝ ਇਹੋ ਜਿਹੀਆਂ ਟ੍ਰਿਕਸ ਹੁੰਦੀਆਂ ਨੇ, ਫਾਰਮੂਲੇ ਹੁੰਦੇ ਨੇ ਜਿਹੜੇ ਤੁਹਾਡੇ ਪੇਪਰ 'ਚ ਟਾਈਮ ਬਚਾਉਂਦੇ ਨੇ। ਸੋ ਜਿਵੇਂ ਹੀ ਤੁਸੀਂ ਐਵਰੇਜ ਸਪੀਡ ਵਾਲਾ ਕੁਐਸਚਨ ਦੇਖਿਆ ਫਟਾਫਟ ਤੁਸੀਂ ਇਹ ਫਾਰਮੂਲਾ ਲਗਾ ਦੇਣਾ। ਪਰ ਇਹਦੇ ਲਈ ਇੱਕ ਕੰਡੀਸ਼ਨ ਹੈ ਕਿ ਡਿਸਟੈਂਸ ਸੇਮ ਹੋਣਾ ਚਾਹੀਦਾ, ਸਿਰਫ ਸਪੀਡ ਅਲੱਗ-ਅਲੱਗ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਇੱਕ ਹੋਰ ਕਨਸੈਪਟ ਆਉਂਦਾ ਐਵਰੇਜ ਨਾਲ ਰਿਲੇਟਡ, ਮੀਨ, ਮੀਡੀਅਨ, ਮੋਡ। ਮੀਨ ਦਾ ਸਿੰਪਲ ਸ਼ਬਦਾਂ 'ਚ ਮੀਨਿੰਗ ਹੈ ਐਵਰੇਜ, ਅਰਿਥਮੈਟਿਕ ਮੀਨ। ਜਿਹੜੀ ਆਪਾਂ ਐਵਰੇਜ ਕੱਢਦੇ ਹਾਂ ਸੇਮ ਹੁੰਦੀ ਹੈ ਮੀਨ, ਇਹਦੇ 'ਚ ਕੋਈ ਫਰਕ ਨਹੀਂ। ਮੀਡੀਅਨ ਦਾ ਮਤਲਬ ਹੈ ਕਿਸੇ ਵੀ ਡੇਟਾ ਦੀ ਜਿਹੜੀ ਸਭ ਤੋਂ ਵਿਚਕਾਰ ਵਾਲੀ ਮਿਡਲ ਵਾਲੀ ਵੈਲਿਊ ਹੈ ਉਹਨੂੰ ਆਪਾਂ ਕਹਿੰਦੇ ਆ ਮੀਡੀਅਨ। ਸੋ ਮੀਡੀਅਨ ਮਿਡਲ ਵਾਲੀ ਵੈਲਿਊ। ਮੋਡ ਹੁੰਦੀ ਹੈ ਜਿਹੜੀ ਵੈਲਿਊ
डेटा दे विच बार बार आ रही है, सब तो ज्यादा वारी जेड़ा तुहानू डिजिट नंबर कोई वैल्यू सब तो ज्यादा वारी दिखू डेटा दे अंदर ਉਹ ਹੁੰਦਾ ਹੈ ਮੋਡ। ਵੈਰੀ ਸਿੰਪਲ। ਇਹ ਕੀ ਹੁੰਦੇ ਨੇ, ਇਹਨੂੰ ਆਪਾਂ ਪ੍ਰੈਕਟੀਕਲੀ ਅੱਜ ਇਸ ਲੈਕਚਰ ਵਿੱਚ ਕੁਐਸਚਨ ਦੀ ਫਾਰਮ ਚ ਕਰਕੇ ਦੇਖਾਂਗੇ, ਫਿਰ ਤੁਹਾਨੂੰ ਹੋਰ ਕਲੀਅਰ ਹੋ ਜੂ। मीन ਦਾ ਫਾਰਮੂਲਾ ਸੇਮ ਜਿਹੜਾ ਆਪਾਂ ਨੇ ਐਵਰੇਜ ਦਾ ਫਾਰਮੂਲਾ ਲਗਾਇਆ ਹੈ, ਸਮ ਆਫ ਆਲ ਆਬਜ਼ਰਵੇਸ਼ਨ ਡਿਵਾਈਡ ਬਾਈ ਟੋਟਲ ਨੰਬਰ ਆਫ ਆਬਜ਼ਰਵੇਸ਼ਨ। मीडियन ਕੱਢਣ ਦੇ ਲਈ ਤੁਹਾਨੂੰ ਡੇਟਾ ਨੂੰ ਇੱਕ ਤਰਤੀਬ ਬਾਰ ਲਗਾਉਣਾ ਪਊਗਾ, ਵੱਡੇ ਤੋਂ ਛੋਟਾ ਲਗਾ ਲਓ ਜਾਂ ਛੋਟੇ ਤੋਂ ਵੱਡਾ ਲਗਾ ਲਓ, ਡਿਸੈਂਡਿੰਗ ਚ ਲਗਾ ਲਓ, ਅਸੈਂਡਿੰਗ ਚ ਲਗਾ ਲਓ। ਜਿਹੜਾ ਸੈਂਟਰ ਦੇ ਵਿੱਚ ਨੰਬਰ ਆਊਗਾ ਬਿਲਕੁਲ ਵਿਚਕਾਰ ਮਿਡਲ ਵਿੱਚ, ਮੰਨ ਲਓ ਕੋਈ 11 ਅੱਖਰਾਂ ਦਾ ਤੁਹਾਨੂੰ ਦਿੱਤਾ ਹੋਇਆ ਕੋਈ ਡੇਟਾ, ਹੁਣ ਉਹਦੇ 5 ਇੱਧਰ 5 ਇੱਧਰ, ਜਿਹੜਾ ਵਿਚਕਾਰ ਵਾਲਾ ਹੋਊਗਾ ਅਸੈਂਡਿੰਗ ਜਾਂ ਡਿਸੈਂਡਿੰਗ ਲਗਾ ਕੇ। ਇਹ ਨਹੀਂ ਕਿ ਤੁਸੀਂ ਰੈਂਡਮ ਲਗਾ ਰਹੇ ਹੋ, ਤੁਹਾਨੂੰ ਇੱਕ ਪ੍ਰੋਪਰ ਸੀਕੁਐਂਸ ਵਾਈਜ਼ ਲਗਾਉਣਾ ਪਊਗਾ। ਸੀਕੁਐਂਸ ਛੋਟੀ ਤੋਂ ਵੱਡੀ ਵੀ ਲਗਾ ਸਕਦੇ ਹੋ, ਵੱਡੀ ਤੋਂ ਛੋਟੀ ਵੀ, ਬਸ ਮੀਡੀਅਨ ਹੈ ਉਹਦੇ ਸੈਂਟਰ ਵਾਲਾ ਜਿਹੜਾ ਨੰਬਰ ਹੋਊਗਾ। ਜਾਂ ਫਿਰ ਕਈ ਵਾਰੀ ਕੀ ਹੁੰਦਾ, ਜੇ ਨੰਬਰ ਔਡ ਨੇ ਤਾਂ ਆਪਾਂ ਨੂੰ ਉੱਥੇ ਮੀਡੀਅਨ ਕੱਢਣ ਦੇ ਲਈ ਇਹ ਫਾਰਮੂਲਾ ਯੂਜ਼ ਕਰਨਾ ਪਊਗਾ, ਜਿੰਨੇ ਟੋਟਲ ਆਬਜ਼ਰਵੇਸ਼ਨ ਹੈ +1 ਡਿਵਾਈਡ ਬਾਈ 2। ਜੇ ਉੱਥੇ ਈਵਨ ਦੇ ਵਿੱਚ ਨੇ, ਮੰਨ ਲਓ 12 ਨੇ 14 ਨੇ 16 ਨੇ, ਤਾਂ ਉੱਥੇ ਤੁਸੀਂ ਕੀ ਕਰਨਾ ਹੈ, ਇਹ ਫਾਰਮੂਲਾ ਲਗਾਉਣਾ ਹੈ। ਉਸ ਤੋਂ ਬਾਅਦ ਹੈ ਮੋਡ। ਮੋਡ ਉਹ ਡੇਟਾ ਦਾ ਨਹੀਂ ਕੱਢਿਆ ਜਾਂਦਾ ਜਿੱਥੇ ਕੋਈ ਵੀ ਵੈਲਿਊ ਰਿਪੀਟ ਨਾ ਹੋਵੇ, ਕਿਉਂਕਿ ਮੋਡ ਦਾ ਮਤਲਬ ਇਹ ਹੈ ਕਿ ਉਹ ਵੈਲਿਊ ਜਿਹੜੀ ਬਾਰ-ਬਾਰ ਰਿਪੀਟ ਹੋ ਰਹੀ ਹੈ। ਸੋ ਇਹ ਮੈਂ ਤੁਹਾਨੂੰ ਇੱਕ ਵਾਰੀ ਫਾਰਮੂਲਾ ਦੱਸ ਦਿੰਦੀ ਹਾਂ। ਵੈਸੇ ਫਾਰਮੂਲਾ ਦੀ ਕਿਤੇ ਵੀ ਤੁਹਾਨੂੰ ਜ਼ਰੂਰਤ ਨਹੀਂ ਪੈਂਦੀ, ਸਿੰਪਲੀ ਡੇਟਾ ਦੇ ਵਿੱਚ ਤੁਹਾਨੂੰ ਦੇਖਣ ਸਾਰ ਆਪਣੇ ਆਪ ਵੀ ਪਤਾ ਲੱਗ ਜਾਂਦਾ ਕਿ ਕਿਹੜੀ ਵੈਲਿਊ ਸਭ ਤੋਂ ਜ਼ਿਆਦਾ ਵਾਰੀ ਰਿਪੀਟ ਹੋ ਰਹੀ ਹੈ। ਪਰ ਜਿੱਥੇ ਤੁਹਾਨੂੰ ਥੋੜਾ ਜਿਹਾ ਕਨਫਿਊਜ਼ਿੰਗ ਡੇਟਾ ਲੱਗੇ, ਨਾ ਕਲੀਅਰ ਹੋਵੇ, ਉੱਥੇ ਤੁਸੀਂ ਇਹ ਫਾਰਮੂਲਾ ਵੀ ਲਗਾ ਸਕਦੇ ਹੋ, L plus H। L ਹੈ ਮਾਡਲ ਕਲਾਸ ਦੀ ਜਿਹੜੀ ਸਭ ਤੋਂ ਲੋਅਰ ਲਿਮਿਟ ਹੈ, ਸਭ ਤੋਂ ਛੋਟੀ ਵਾਲਾ ਜਿਹੜਾ ਡਿਜਿਟ ਹੈ, ਪਲੱਸ H ਜਿੰਨਾ ਟੋਟਲ ਸਾਈਜ਼ ਹੈ ਕਲਾਸ ਇੰਟਰਵਲ ਦਾ। ਉਸ ਤੋਂ ਬਾਅਦ ਇਹ ਫਾਰਮੂਲਾ FM minus F1 ਜਿਹੜੀ ਫ੍ਰੀਕੁਐਂਸੀ ਹੈ, ਸਾਈਜ਼ ਕਿੰਨਾ ਹੈ ਟੋਟਲ ਕਿਸੇ ਮਾਡਲ ਕਲਾਸ ਦਾ। ਇਹ ਫਾਰਮੂਲਾ ਡੇਟਾ ਇੰਟਰਪ੍ਰੀਟੇਸ਼ਨ ਦੇ ਵਿੱਚ ਕਈ ਵਾਰੀ ਯੂਜ਼ ਹੁੰਦਾ ਹੈ। F1 ਜਿੰਨੀ ਪਿਛਲੀ ਜੋ ਨਿਕਲ ਚੁੱਕੀ ਕਲਾਸ ਇੰਟਰਵਲ ਹੈ, ਜਿੰਨੀ ਉਹਦੀ ਫ੍ਰੀਕੁਐਂਸੀ ਹੈ। F2 ਜਿੰਨੀ ਅਗਲੀ ਆਉਣ ਵਾਲੀ ਦੀ ਫ੍ਰੀਕੁਐਂਸੀ ਹੈ। ਸੋ ਇਹ ਸਾਰੀਆਂ ਵੈਲਿਊਜ਼ ਪੁੱਟ ਕਰਕੇ ਆਪਾਂ ਮੋਡ ਵੈਲਿਊ ਕੱਢ ਸਕਦੇ ਹਾਂ। ਵੈਸੇ ਸਿੰਪਲੀ ਡੇਟਾ ਇੰਟਰਪ੍ਰੀਟੇਸ਼ਨ ਦੇ ਵਿੱਚ ਤੁਹਾਨੂੰ ਇਹਨਾਂ ਟੈਕਨੀਕਲ ਫਾਰਮੂਲਾ ਨਹੀਂ ਆਊਗਾ, ਪਰ ਫਿਰ ਵੀ ਆਪਾਂ ਨੇ ਕੋਈ ਵੀ ਚੀਜ਼ ਛੱਡਣੀ ਨਹੀਂ ਹੈ, ਇਸ ਲਈ ਇਹ ਫਾਰਮੂਲਾ ਤੁਸੀਂ ਜ਼ਰੂਰ ਇੱਕ ਵਾਰੀ ਦੇਖ ਕੇ ਜਾਣਾ ਹੈ। ਹੁਣ ਆਪਾਂ ਗੱਲ ਕਰਾਂਗੇ ਪ੍ਰੋਫਿਟ ਲਾਸ ਦੀ। ਵੈਰੀ ਸਿੰਪਲ। ਪ੍ਰੋਫਿਟ ਹੁੰਦਾ ਹੈ ਮੁਨਾਫਾ, ਲਾਸ ਹੁੰਦਾ ਹੈ ਨੁਕਸਾਨ। ਪ੍ਰੋਫਿਟ ਪਰਸੈਂਟ ਹੁੰਦੀ ਹੈ ਜਿੰਨਾ ਤੁਹਾਨੂੰ ਕੋਈ ਚੀਜ਼ ਵੇਚਣ ਤੇ ਕਾਸਟ ਪ੍ਰਾਈਸ ਉੱਤੇ ਮੁਨਾਫਾ ਹੋਇਆ। ਤੁਸੀਂ ਕੋਈ ਚੀਜ਼ 100 ਰੁਪਏ ਦੀ ਲਈ 120 ਦੀ ਵੇਚਤੀ, ਤੁਹਾਨੂੰ ਉੱਥੇ 20 ਰੁਪਏ ਦਾ ਮੁਨਾਫਾ ਹੋ ਗਿਆ। ਤੁਸੀਂ ਕੋਈ ਚੀਜ਼ 100 ਰੁਪਏ ਦੀ ਲਈ 80 ਦੀ ਵੇਚੀ ਤਾਂ ਉੱਥੇ ਤੁਹਾਨੂੰ 20 ਰੁਪਏ ਦਾ ਨੁਕਸਾਨ ਹੋ ਗਿਆ। ਸੋ ਇਹੀ ਸਿੰਪਲ ਜੀ ਚੀਜ਼ ਹੈ ਪ੍ਰੋਫਿਟ ਤੇ ਲਾਸ। ਪ੍ਰੋਫਿਟ ਪਰਸੈਂਟ, ਪਰਸੈਂਟੇਜ ਆਫ ਪ੍ਰੋਫਿਟ, ਜਿੰਨੇ ਪਰਸੈਂਟ ਪ੍ਰੋਫਿਟ ਆਇਆ ਕਾਸਟ ਪ੍ਰਾਈਸ ਉੱਤੇ, ਤੇ ਜਿੰਨੇ ਪਰਸੈਂਟ ਲਾਸ ਆਇਆ ਕਾਸਟ ਪ੍ਰਾਈਸ ਤੇ, ਉਹ ਹੋ ਗਿਆ ਲਾਸ ਪਰਸੈਂਟ। ਸਿੰਪਲ ਜੇ ਸਿੱਧੇ ਸਿੱਧੇ ਫਾਰਮੂਲੇ ਨੇ, ਤੁਸੀਂ ਬਸ ਇਹ ਫਾਰਮੂਲੇ ਯਾਦ ਰੱਖਣੇ ਨੇ। ਸਟੇਟਮੈਂਟ ਨੂੰ ਜਿਵੇਂ ਜਿਵੇਂ ਸਟੇਟਮੈਂਟ ਜੋ ਗੱਲ ਕਹੀ ਹੋਈ ਹੈ ਉਵੇਂ ਉਵੇਂ ਸੋਲਵ ਕਰਦੇ ਜਾਓ, ਤੁਹਾਨੂੰ ਕੋਈ ਵੀ ਡਿਫਿਕਲਟੀ ਕੁਐਸਚਨ 'ਚ ਨਹੀਂ ਆਊਗੀ। ਹੁਣ ਜੇ ਕਾਸਟ ਘੱਟ ਸੀ, ਜਿਵੇਂ ਮੈਂ ਤੁਹਾਨੂੰ ਦੱਸਿਆ, ਤੇ ਤੁਸੀਂ ਵੇਚੀ ਹੈ ਜ਼ਿਆਦਾ ਦੀ, ਤਾਂ ਤੁਹਾਨੂੰ ਮੁਨਾਫਾ ਹੋਇਆ। 100 ਰੁਪਏ ਦੀ ਚੀਜ਼ ਖਰੀਦੀ 120 ਦੀ ਵੇਚਤੀ, ਪ੍ਰੋਫਿਟ ਹੋ ਗਿਆ। ਜੇ ਕਾਸਟ ਸੈਲਿੰਗ ਪ੍ਰਾਈਸ ਨਾਲੋਂ ਘੱਟ ਹੈ, ਜੇ ਕਾਸਟ ਜ਼ਿਆਦਾ ਸੀ, ਤੁਸੀਂ ਚੀਜ਼ ਮਹਿੰਗੀ ਲਈ, ਤੁਹਾਨੂੰ ਸਸਤੀ ਵੇਚਣੀ ਪੈਗੀ, ਤਾਂ ਉੱਥੇ ਤੁਹਾਨੂੰ ਹੋਊਗਾ ਲਾਸ। To find the amount of profit or loss, subtract the smaller value from the greater value. So profit ਕੱਢਣ ਲਈ ਤੁਸੀਂ selling price ਚੋਂ cost price minus ਕਰ ਦੋਗੇ, loss ਕੱਢਣ ਦੇ ਲਈ cost price ਚੋਂ selling। ਇਹ ਤਾਂ ਬਹੁਤ ਹੀ ਸਿੰਪਲ ਜਿਹਾ ਫਾਰਮੂਲਾ ਹੈ। ਉਸ ਤੋਂ ਬਾਅਦ ਪਰਸੈਂਟ ਕਿਵੇਂ ਕੱਢਣਾ ਹੈ, ਇਹ ਚੀਜ਼ ਪੇਪਰ ਲਈ ਸਭ ਤੋਂ ਇੰਪੋਰਟੈਂਟ ਹੈ। ਪ੍ਰੋਫਿਟ ਪਰਸੈਂਟ ਦੇ ਲਈ ਜਿੰਨਾ ਪ੍ਰੋਫਿਟ ਹੋਇਆ, ਜਿਵੇਂ ਆਪਾਂ ਨੂੰ ਪਿਛਲੇ ਜਿਹੜੀ ਮੈਂ ਤੁਹਾਨੂੰ ਸਿੰਪਲ ਇੱਕ ਐਗਜ਼ਾਮਪਲ ਦਿੱਤੀ ਹੈ, ਉਹਦੇ ਵਿੱਚ ਤੁਹਾਨੂੰ 100 ਰੁਪਏ ਦੀ ਚੀਜ਼ ਖਰੀਦੀ 120 ਦੀ ਵੇਚਤੀ, ਤਾਂ 20 ਰੁਪਏ ਦਾ ਪ੍ਰੋਫਿਟ ਹੋਇਆ। ਤਾਂ ਜੇ ਆਪਾਂ ਨੂੰ ਉਹਦਾ ਪਰਸੈਂਟ ਕੱਢਣੀ ਹੈ ਤਾਂ ਆਪਾਂ ਉਰੇ ਲਿਖਾਂਗੇ 20 ਡਿਵਾਈਡ ਬਾਈ ਕਿੰਨੇ ਦੀ ਚੀਜ਼ ਸੀ, 100 ਰੁਪਏ ਦੀ। ਸੋ ਉੱਥੇ ਤੁਹਾਨੂੰ 20% ਪ੍ਰੋਫਿਟ ਹੋ ਗਿਆ। ਸੇਮ ਲਾਸ ਪਰਸੈਂਟ। ਹੁਣ ਲਾਸ ਵਿੱਚ ਵੀ ਤੁਹਾਨੂੰ 20 ਦਾ ਲਾਸ ਹੋਇਆ, 100 ਵਾਲੀ ਚੀਜ਼ 80 ਵਿੱਚ ਵੇਚਣੀ ਪੈਗੀ, ਡਿਵਾਈਡ ਬਾਈ ਕਾਸਟ ਪ੍ਰਾਈਸ ਕਿੰਨੀ ਸੀ 100,
into 100, ਸੋ ਉਰੇ ਵੀ ਤੁਹਾਨੂੰ 20% ਦਾ loss ਹੋ ਗਿਆ। ਹੁਣ ਕਈ ਵਾਰੀ ਪੇਪਰ 'ਚ question ਆ ਜਾਂਦਾ ਕਿ increase ਹੋਈ ਹੈ value, ਇਸ ਟਾਈਪ ਨਾਲ ਤੁਹਾਨੂੰ ਉੱਥੇ ਇਕੁਏਸ਼ਨ ਦਿੱਤੀ ਹੁੰਦੀ ਹੈ ਕਿ ਇਨਫਲੇਸ਼ਨ ਮਹਿੰਗਾਈ ਦੇ ਚੱਲਦੇ ਚਾਵਲ ਪਹਿਲਾਂ ਇੰਨੇ ਰੇਟ ਦੇ ਸੀ ਹੁਣ ਇੰਨੇ ਦੇ ਹੋ ਗਏ। ਸੋ ਜਿੰਨਾ ਇਨਕਰੀਜ਼ ਹੋਇਆ ਉਹਨੂੰ ਤੁਸੀਂ ਉੱਪਰ ਰੱਖਣਾ ਹੈ ਡਿਵਾਈਡ ਬਾਈ ਜਿੰਨੀ ਅਸਲੀ ਵੈਲਿਊ ਸੀ ਚਾਵਲ ਦੀ ਇਨਕਰੀਜ਼ ਹੋਣ ਤੋਂ ਪਹਿਲਾਂ, ਸੋ ਉਹਨੂੰ ਤੁਸੀਂ ਨੀਚੇ ਰੱਖਣਾ ਮਲਟੀਪਲਾਈ 100, ਇਹਦੇ ਨਾਲ ਤੁਹਾਡੀ ਇਨਕਰੀਜ਼ ਪਰਸੈਂਟ ਨਿਕਲ ਆਊਗੀ। ਸੋ ਬਾਕੀ ਸਾਰੇ ਸਮਰਾਈਜ਼ ਕਰਕੇ ਉਰੇ ਮੈਂ ਤੁਹਾਨੂੰ ਈਜ਼ੀ ਵੇ ਦੇ ਨਾਲ ਫਾਰਮੂਲੇ ਸਮਰਾਈਜ਼ ਕਰਕੇ ਟੇਬਲ ਦੇ ਵਿੱਚ ਰੱਖੇ ਨੇ ਸੋ ਦੈਟ ਤੁਸੀਂ ਇੱਕ ਵਾਰੀ ਉਰੋਂ ਡਾਇਰੈਕਟ ਰਿਵਾਈਜ਼ ਕਰ ਸਕੋ। ਸੋ ਹੁਣ ਆਪਾਂ ਕੁਝ ਕੁਐਸਚਨਸ ਦੀ ਪ੍ਰੈਕਟਿਸ ਕਰਾਂਗੇ। ਪਹਿਲਾ ਕੁਐਸਚਨ ਹੈ ਫਾਈਂਡ ਦੀ ਐਵਰੇਜ ਆਫ ਫਰਸਟ 5 ਮਲਟੀਪਲਸ ਆਫ 3। 3 ਦੇ ਉੱਤੇ ਜਿਹੜੇ ਪਹਿਲੇ 5 ਨੰਬਰ ਜਾਂਦੇ ਨੇ ਮਲਟੀਪਲਸ ਨੇ ਜਿਹੜੇ 3 ਨਾਲ ਗੁਣਾ ਹੁੰਦੇ ਨੇ ਉਹਨਾਂ ਦੀ ਆਪਾਂ ਨੇ ਐਵਰੇਜ ਕੱਢਣੀ ਹੈ। ਸੋ ਐਵਰੇਜ ਦਾ ਫਾਰਮੂਲਾ ਕੀ ਸੀ sum of all observation। ਪਹਿਲਾਂ ਉਰੇ ਹੁਣ ਆਪਾਂ observation ਤਿਆਰ ਕਰ ਲੈਂਦੇ ਆ। 3 ਦੇ ਉੱਤੇ ਜਾਣ ਵਾਲੇ ਪਹਿਲੇ 5 ਕਿਹੜੇ ਕਿਹੜੇ ਹੋਣਗੇ 3 6 9 12 15। ਸੋ ਇਹਨਾਂ ਦਾ ਜੋੜ ਡਿਵਾਈਡ ਬਾਈ ਜਿੰਨੇ ਟੋਟਲ ਨੰਬਰ ਆਫ ਆਬਜ਼ਰਵੇਸ਼ਨ ਨੇ ਸੋ ਉਹ ਨੇ 5। ਸੋ ਸਿੰਪਲੀ ਇਹਨੂੰ ਆਪਾਂ ਡਿਵਾਈਡ ਕਰ ਦਾਂਗੇ ਤੇ ਆਪਣੇ ਕੋਲ ਆਨਸਰ ਆ ਜਾਊਗਾ 9। ਸੋ 9 ਆ ਗਈ ਐਵਰੇਜ। ਅਗਲਾ ਕੁਐਸਚਨ ਹੈ a batsman make a score of 87 run in the 17th inning। 17ਵੀਂ ਇਨਿੰਗ ਦੇ ਵਿੱਚ ਬੈਟਮੈਨ ਨੇ 87 ਰਨ ਬਣਾਏ ਤੇ ਉਹਦੀ ਐਵਰੇਜ 3 ਇਨਕਰੀਜ਼ ਹੋ ਗਈ। ਸੋ ਆਪਾਂ ਨੇ ਕੱਢਣਾ ਹੈ ਕਿ 17ਵੀਂ ਇਨਿੰਗ ਤੋਂ ਬਾਅਦ ਉਹਦੀ ਐਵਰੇਜ ਕਿੰਨੀ ਹੋਊਗੀ। ਸੋ ਮੰਨ ਲੈਂਦੇ ਆਪਾਂ ਕਿ ਜਿਹੜੀ 17ਵੀਂ ਇਨਿੰਗ ਤੋਂ ਬਾਅਦ ਐਵਰੇਜ ਹੈ ਉਹ ਹੈ x। ਸੋ 16ਵੀਂ ਦੇ ਵਿੱਚ ਕਿੰਨੀ ਸੀ ਇਹਦਾ ਮਤਲਬ ਜੇ 17ਵੀਂ ਤੋਂ ਬਾਅਦ 3 ਵੱਧ ਗਈ ਤਾਂ ਮਤਲਬ ਪਹਿਲਾਂ 3 ਘੱਟ ਸੀ। ਸੋ 16th ਇਨਿੰਗ ਦੇ ਵਿੱਚ ਐਵਰੇਜ ਸੀ x minus 3। ਸੋ 16 ਦੇ ਵਿੱਚ ਐਵਰੇਜ ਸੀ x minus 3 plus 87। ਹੁਣ ਇਸ ਐਵਰੇਜ ਦੇ ਵਿੱਚ ਜਦੋਂ ਨੇ ਇੰਨਾ ਟੋਟਲ ਕੀਤਾ ਇੰਨਾ ਉਹਨੇ ਹੋਰ ਜ਼ਿਆਦਾ ਰਨ ਬਣਾਏ ਤਾਂ ਕਿਤੇ ਜਾ ਕੇ ਉਹਦੀ 17ਵੀਂ ਦੇ ਵਿੱਚ ਐਵਰੇਜ ਵਧੀ। ਸੋ ਇਹ ਹੁਣ ਮੈਂ ਉਰੇ ਮਲਟੀਪਲਾਈ ਕਿਉਂ ਕੀਤਾ ਹੈ ਕਿਉਂਕਿ ਜੇ ਤੁਸੀਂ ਇਹ ਫਾਰਮੂਲਾ ਦੇਖ ਰਹੇ ਹੋਵੋਗੇ ਐਵਰੇਜ ਵਾਲਾ ਤਾਂ ਫਾਰਮੂਲਾ ਕੀ ਹੈ ਐਵਰੇਜ ਇਜ਼ ਇਕੁਅਲ ਟੂ ਟੋਟਲ ਸਮ ਡਿਵਾਈਡ ਬਾਈ ਟੋਟਲ ਨੰਬਰ। ਹੁਣ ਜਦੋਂ ਆਪਾਂ ਨੇ ਇਹ ਚੀਜ਼ ਕੱਢਣੀ ਹੈ ਸਮ ਕੱਢਣਾ ਆਪਾਂ ਨੇ ਤਾਂ ਉੱਥੇ ਹੁਣ ਆਪਾਂ ਐਵਰੇਜ ਨੂੰ ਫਿਰ ਨੰਬਰ ਆਫ ਆਬਜ਼ਰਵੇਸ਼ਨ ਦੇ ਨਾਲ ਮਲਟੀਪਲਾਈ ਕਰ ਦਿੰਦੇ ਆ। ਸੋ ਆਪਾਂ ਇਹ ਵਾਲੀ ਜਿਹੜੀ ਇਕੁਏਸ਼ਨ ਹੈ ਇਹਨੂੰ ਉਰੇ ਯੂਜ਼ ਕੀਤਾ ਹੈ। ਸੋ ਜਦੋਂ ਆਪਾਂ ਉਰੇ x ਦੀ ਵੈਲਿਊ ਕੱਢਾਂਗੇ ਇਹਨੂੰ ਸੋਲਵ ਕਰਾਂਗੇ ਤਾਂ x ਦੀ ਵੈਲਿਊ ਆ ਜਾਊਗੀ 39। ਸੋ 17ਵੀਂ ਇਨਿੰਗ ਤੋਂ ਬਾਅਦ ਜਿਹੜੀ ਐਵਰੇਜ ਹੈ ਉਹ ਹੈ 39। ਸੋ ਇਸ ਤਰੀਕੇ ਨਾਲ ਤੁਸੀਂ ਕੁਐਸਚਨ ਦੇ ਵਿੱਚ ਫਾਰਮੂਲੇ ਨੂੰ ਆਪਣੇ ਤਰੀਕੇ ਦੇ ਨਾਲ ਸੈੱਟ ਕਰਕੇ ਆਨਸਰ ਕੱਢਣ ਦੀ ਕੋਸ਼ਿਸ਼ ਕਰਨੀ ਹੈ। ਅਗਲਾ ਕੁਐਸਚਨ ਹੈ ਸੰਦੀਪ ਨੇ ਕਵਰ ਕੀਤੀ ਜਰਨੀ ਆਗਰਾ ਤੋਂ ਦਿੱਲੀ ਕਾਰ ਦੇ ਜ਼ਰੀਏ ਐਵਰੇਜ ਸਪੀਡ ਸੀ 40 ਕਿਲੋਮੀਟਰ ਪਰ ਆਰ। ਜਦੋਂ ਵਾਪਿਸ ਆਇਆ ਆਉਣ ਲੱਗੇ ਸਕੂਟਰ ਤੇ ਆਇਆ ਤੇ ਉਹਦੀ ਐਵਰੇਜ ਸਪੀਡ ਸੀ 24। ਹੁਣ ਉਹਦੀ ਡਿਸਟੈਂਸ ਸੇਮ ਹੈ ਆਪਾਂ ਨੂੰ ਇਹ ਨਹੀਂ ਕਿਹਾ ਕਿ ਕਿਸੇ ਹੋਰ ਸ਼ਹਿਰ ਚਲਾ ਗਿਆ ਆਗਰਾ ਤੋਂ ਦਿੱਲੀ ਹੀ ਗਿਆ ਤੇ ਦਿੱਲੀ ਤੋਂ ਆਗਰਾ ਹੀ ਆਇਆ। ਸੋ ਡਿਸਟੈਂਸ ਸੇਮ ਹੋ ਗਿਆ। ਉਰੇ ਹੁਣ ਜਿਹੜਾ ਮੈਂ ਤੁਹਾਨੂੰ ਪਿੱਛੇ ਫਾਰਮੂਲਾ ਕਰਵਾਇਆ ਸੀ ਐਵਰੇਜ ਸਪੀਡ ਦਾ ਉਹ ਸਿੱਧਾ ਸਿੱਧਾ ਫਾਰਮੂਲਾ ਅਪਲਾਈ ਹੋਊਗਾ 2xy ਡਿਵਾਈਡ ਬਾਈ x plus y ਇਹ ਫਾਰਮੂਲਾ ਸੀ ਜਾਂ 2ab ਡਿਵਾਈਡ ਬਾਈ a plus b। ਸੋ 2 ਇੱਕ ਸਪੀਡ ਹੈ 40 ਮਲਟੀਪਲਾਈ ਦੂਜੀ ਸਪੀਡ ਹੈ 24 ਡਿਵਾਈਡ ਬਾਈ 40 plus 24। ਸੋ ਇਹਨੂੰ ਸੋਲਵ ਕਰਕੇ ਆ ਜਾਊਗਾ 30 ਕਿਲੋਮੀਟਰ ਪਰ ਆਰ ਉਹਦੀ ਟੋਟਲ ਜਰਨੀ ਦੀ ਐਵਰੇਜ ਸਪੀਡ। ਸੋ ਬਹੁਤ ਸਿੰਪਲ ਕੁਐਸਚਨ ਹੈ ਪਰ ਜੇ ਤੁਹਾਨੂੰ ਫਾਰਮੂਲਾ ਨਹੀਂ ਪਤਾ ਤਾਂ ਤੁਸੀਂ ਪੇਪਰ 'ਚ ਇਸੇ ਛੋਟੇ ਜਿਹੇ ਕੁਐਸਚਨ ਵਿੱਚ ਹੀ ਕਨਫਿਊਜ਼ ਹੋ ਜਾਓਗੇ। ਅਗਲਾ ਕੁਐਸਚਨ ਹੈ ਯੂਜ਼ਿੰਗ ਮੀਨ ਮੀਡੀਅਨ ਮੋਡ ਫਾਰਮੂਲਾ ਆਪਾਂ ਨੇ ਮੋਡ ਕੱਢਣਾ ਹੈ। ਮੋਡ ਕੀ ਹੈ ਉਹ ਡੇਟਾ ਜਿਹੜਾ ਸਭ ਤੋਂ ਜ਼ਿਆਦਾ ਰਿਪੀਟ ਹੋ ਰਿਹਾ। ਸੋ ਇਸੇ ਟਾਈਪ ਦੇ ਸਿੰਪਲ ਕੁਐਸਚਨ ਤੁਹਾਨੂੰ ਉੱਥੇ ਆ ਸਕਦੇ ਨੇ ਜੇ ਡੇਟਾ ਇੰਟਰਪ੍ਰੀਟੇਸ਼ਨ ਵਿੱਚ ਵੀ ਆਉਂਦੇ ਨੇ ਤਾਂ ਵੀ ਐਵੇਂ ਦੇ ਹੀ ਆਉਣਗੇ। ਸੋ ਉਰੇ ਆਪਾਂ ਨੂੰ ਦੇਖਣ ਸਾਰ ਹੀ ਪਤਾ ਚੱਲ ਰਿਹਾ ਬਿਨਾਂ ਕੋਈ ਟੈਕਨੀਕਲ ਫਾਰਮੂਲਾ ਅਪਣਾਏ ਕਿ ਸਭ ਤੋਂ ਜ਼ਿਆਦਾ ਵਾਰੀ 16 ਰਿਪੀਟ ਹੋ ਰਿਹਾ। ਸੋ ਇਸ ਕੁਐਸਚਨ ਦਾ ਮੋਡ ਹੈ 16। ਅਗਲਾ ਕੁਐਸਚਨ ਹੈ ਕਿਸੇ ਕਮਿਊਨਿਟੀ ਸੈਂਟਰ ਦੇ ਮੈਂਬਰਸ ਦੀ ਏਜ ਦੱਸੀ ਹੋਈ ਹੈ A। ਆਪਾਂ ਨੇ ਮੀਨ ਮੀਡੀਅਨ ਮੋਡ ਦਾ ਫਾਰਮੂਲਾ ਵਰਤ ਕੇ ਮੀਡੀਅਨ ਦੱਸਣਾ ਕੀ ਆਊਗਾ। ਮੀਡੀਅਨ ਕੀ ਸੀ ਵਿਚਕਾਰ ਵਾਲਾ।
ਹੁਣ मैं ਤੁਹਾਨੂੰ ਕੀ ਕਿਹਾ ਸੀ, ਡੇਟਾ ਨੂੰ ਚਾਹੇ ਛੋਟੇ ਤੋਂ ਵੱਡਾ ਲਗਾ ਲਓ ਜਾਂ ਵੱਡੇ ਤੋਂ ਛੋਟਾ ਲਗਾ ਲਓ। ਸੋ ਸਭ ਤੋਂ ਪਹਿਲਾਂ ਆਪਾਂ ਇਹਨੂੰ ਅਸੈਂਡਿੰਗ ਆਰਡਰ ਵਿੱਚ ਅਰੇਂਜ ਕਰਦੇ ਹਾਂ। 29 ਸਭ ਤੋਂ ਛੋਟਾ ਹੈ, ਫਿਰ 33, 37, 38, 40, 41, 42। ਹੁਣ ਇਹ ਟੋਟਲ ਕਿੰਨੇ ਨੰਬਰ ਨੇ? ਟੋਟਲ ਨੇ ਇਹ 7। ਸੋ ਵੈਸੇ ਤਾਂ ਹੁਣ ਆਪਾਂ ਨੂੰ ਉਰੇ ਦੇਖ ਕੇ ਹੀ ਪਤਾ ਚੱਲ ਰਿਹਾ ਹੈ ਕਿ ਮਿਡਲ ਵਾਲਾ 38 ਹੈ, ਇਹਦਾ ਮੀਡੀਅਨ 38 ਹੋਣਾ ਚਾਹੀਦਾ। ਪਰ ਉਰੇ ਮੈਂ ਤੁਹਾਨੂੰ ਫਾਰਮੂਲਾ ਲਗਾ ਕੇ ਵੀ ਦਿਖਾ ਦਿੰਨੀ ਆ ਕਿ ਜੇ ਬਾਈ ਚਾਂਸ ਕੋਈ ਬਹੁਤ ਵੱਡੀ ਇੱਕ ਕੋਈ ਲਾਈਨ ਹੈ ਤੇ ਤੁਹਾਨੂੰ ਨਹੀਂ ਸਮਝ ਆ ਰਿਹਾ ਜਾਂ ਕੋਈ ਹੋਰ ਟੈਕਨੀਕਲ ਡੇਟਾ ਦਿੱਤਾ ਹੋਇਆ ਤੇ ਉੱਥੇ ਤੁਹਾਨੂੰ ਫਾਰਮੂਲਾ ਲਗਾ ਕੇ ਹੀ ਕੁਐਸਚਨ ਸੋਲਵ ਕਰਨਾ ਪੈਣਾ ਹੈ, ਤਾਂ ਉੱਥੇ ਫਾਰਮੂਲਾ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਇਹ ਦੇਖਣਾ ਕਿ ऑड ने या फिर ਈਵਨ ਨੇ। ਸੋ ਇਹ 7 ਆਬਜ਼ਰਵੇਸ਼ਨ ਨੇ ਤਾਂ ਮਤਲਬ ਇਹ ऑड ਨੇ। ਸੋ ऑड ਵਾਲਾ ਫਾਰਮੂਲਾ ਕੀ ਸੀ? n plus 1 divide by 2। ਸੋ n ਕੀ ਹੈ? n ਹੈ 7 ਨੰਬਰ ਆਫ ਆਬਜ਼ਰਵੇਸ਼ਨ। ਸੋ ਇਹ ਆ ਗਿਆ 84। ਸੋ ਜਿਹੜੀ ਚੌਥੇ ਨੰਬਰ ਤੇ ਹੈ ਉਹ ਹੈ ਮੀਡੀਅਨ। ਸੋ ਚੌਥੇ ਨੰਬਰ ਤੇ ਕੀ ਹੈ? 38। ਸੋ ਇਸ ਤਰੀਕੇ ਦੇ ਨਾਲ ਵੀ ਆਪਾਂ ਕੁਐਸਚਨ ਸੋਲਵ ਕਰ ਸਕਦੇ ਹਾਂ, ਜਾਂ ਜੇ ਆਪਾਂ ਨੂੰ ਡਾਇਰੈਕਟਲੀ ਸਮਝ ਆ ਰਿਹਾ, ਆਪਣੇ ਕੋਲ टाइम है तो आप डायरेक्टली भी देख के कर सकते हैं। तो ये फॉर्मूला अपने उत्थे लगाना, मैं रिपीट कर दिया, जिथे आपां ये चीज का नहीं पता कि जो अपने आंसर कढ़िया कि वो करैक्ट है नहीं है। तुसी मान लो पेपर च ऑप्शन टिक करती 38, उस तो बाद तुसी चेक करना चाहते हो, रिवीजन के दौरान तुसी अपना क्वेश्चन चेक करना चाहते हो कि थोड़ा जिहड़ा आंसर है सही है या नहीं सही है, तो उत्थे फिर तुसी एक बारी फॉर्मूला लगा के भी अपना आंसर क्रॉस चेक कर सकते हो। अगला है यूजिंग द मीन मीडियन मोड फॉर्मूला फाइंड द मीन ऑफ फर्स्ट 5 नैचुरल नंबर। सो जिहड़े पहले 5 नैचुरल नंबर ने उन्हां दी आपां ने मीन कढनी है। वेरी वेरी सिंपल। मीन की है? सिंपल एवरेज। सो पहले 5 नैचुरल नंबर ने 1 2 3 4 5। सो इन्हां दा टोटल डिवाइड बाय टोटल ऑब्जर्वेशन। सो जो इन्हूं आपां सॉल्व करांगे आंसर आ जाऊगा 3। सो 3 आ गई मीन। अगला है परसेंटेज विच दिता होया आपां ने इहनूं फ्रैक्शन दे विच रिप्रेजेंट करना है। सो मैं तुहानूं की दस्सिया सी स्टार्टिंग विच कि जिहड़ा परसेंट है इहनूं कट करके जो अपने फ्रैक्शन च लिखना तां नीचे आपां 100 लगा दांगे। सो 64% नूं आपां 64 डिवाइड बाय 100 भी लिख सकते हैं। हुण जदों आपां ने 2 ते कट करांगे तां लीस्ट जिहड़ा कट होऊगा वो आ जाऊगा 16/25। सो 64% नूं आपां 16/25 भी लिख सकते हैं। कट करके फ्रैक्शन दी फॉर्म च मैं तुहानूं लास्ट लैक्चर विच भी समझाया सी जदों अपने डेसिमल वाला टॉपिक कीता सी कि छोटे तो छोटा जिन्ना ज़्यादा तो ज़्यादा आपस दे विच कट्टे जा सकते ने उन्ना आपां ने छोटी तो छोटी फॉर्म दे विच फ्रैक्शन नूं लिखना हुंदा है। अगला है 6%। सो हुण उरे आपां 6 नूं 6/100 लिख सकते हैं। ये भी 2 ते जांदा। सो 3 डिवाइड बाय 50। 0.5%। हुण उरे एक तां आपां नीचे लगा दांगे 100% वाला, दूजा आपां आ डॉट है जिहड़ी डेसिमल वाला ਇਹਨੂੰ ਹਟਾ ਕੇ ਵੀ ਇੱਕ ਇਹਦੀ 0 ਲਗਾ ਦਾਂਗੇ। ਸੋ ਜਦੋਂ ਇਹਨਾਂ ਆਪਾਂ ਕੱਟਾਂਗੇ ਤਾਂ ਇਹ ਬਣ ਜਾਊਗਾ 1/200। ਅਗਲਾ ਕੁਐਸਚਨ ਆ ਗਿਆ ਜਿਹੜਾ ਮੈਂ ਤੁਹਾਨੂੰ ਫਾਰਮੂਲਾ ਦੱਸਿਆ, ਜੇ A ਦੀ ਸੈਲਰੀ B ਨਾਲੋਂ 30% ਘੱਟ ਹੈ ਤਾਂ B ਦੀ ਸੈਲਰੀ A ਨਾਲੋਂ ਕਿੰਨੇ % ਜ਼ਿਆਦਾ ਹੋਊਗੀ। ਇਹ ਕੁਐਸਚਨ ਪੇਪਰ ਲਈ ਬਹੁਤ ਇੰਪੋਰਟੈਂਟ ਹੈ, ਇਹਨੂੰ ਤੁਸੀਂ ਧਿਆਨ ਦੇ ਨਾਲ ਦੇਖਣਾ ਹੈ। सो B ਦੀ ਸੈਲਰੀ ਕਿੰਨੀ ਜ਼ਿਆਦਾ ਹੈ। ਹੁਣ ਉਰੇ ਸੈਲਰੀ ਲੈਸ ਹੈ ਤਾਂ ਮਤਲਬ ਜਿਹੜਾ ਦੂਜਾ ਫਾਰਮੂਲਾ ਸੀ ਉਹ ਲੱਗੂਗਾ। ਫਾਰਮੂਲਾ ਕੀ ਸੀ? R rate divide by 100 minus R into 100%। ਸੋ ਹੁਣ ਰੇਟ ਕਿੰਨਾ ਹੈ? R ਕਿੰਨਾ ਹੈ? 30। 100 minus R 100 ਚੋਂ 30 ਘਟਾਏ 70 ਗੁਣਾ 100। ਸੋ 0 ਨਾਲ 0 ਕੱਟ ਹੋ ਗਈ। 300/7 ਤੇ ਇਹ ਆ ਜਾਊਗਾ ਜਦੋਂ ਇਹਨੂੰ ਆਪਾਂ डिवाइड करांगे फ्रैक्शन दी फॉर्म दे विच 42/6/7%। ये क्वेश्चन डायरैक्टली सेम पिछले साल पंजाब पुलिस दे पेपर च रिपीट होया सी। सो मैं अगेन फोकस कर रही हां कि जेड़े भी मैं तुहानूं स्पैशल शॉर्टकट फॉर्मूले दस रही हां ये तुसीं बिल्कुल भी मिस नहीं करने। अगे हुण पहला आपां एक सिंपल प्रॉफिट लॉस वाला क्वेश्चन करके देख लैने, इहदे नाल तुहानूं एक बारी कंसैप्ट क्लीयर हो जाऊगा। मोहन ने एक कुर्सी खरीदी 150 की, उन्होंने 160 रुपए च बेचता। सब तो पहला तो कॉस्ट प्राइस है 150, सैलिंग प्राइस है
160। ਹੁਣ ਘੱਟ ਦੀ ਖਰੀਦੀ ਵੱਧ ਦੀ ਵੇਚਤੀ, ਆਪਾਂ ਨੂੰ ਪਹਿਲਾਂ ਤਾਂ ਇਹ ਚੀਜ਼ ਕਲੀਅਰ ਹੋ ਗਈ ਕਿ ਉਹਨੂੰ ਮੁਨਾਫਾ ਹੋਇਆ ਪ੍ਰੋਫਿਟ ਹੋਇਆ। ਕਿੰਨਾ ਸੈਲਿੰਗ ਪ੍ਰਾਈਸ ਚੋਂ ਕਾਸਟ ਪ੍ਰਾਈਸ ਮਾਈਨਸ ਕਰਤੀ 160 ਚੋਂ 150, 10 ਰੁਪਏ ਦਾ ਪ੍ਰੋਫਿਟ। ਹੁਣ ਕੁਐਸਚਨ ਹੈ ਕਿ ਜੇ ਪ੍ਰੋਫਿਟ ਹੋਇਆ ਜਾਂ ਲਾਸ ਹੋਇਆ ਉਹਦੀ ਪਰਸੈਂਟ ਕਿੰਨੀ ਹੈ। ਸੋ ਸਿੱਧਾ ਆਪਾਂ ਫਾਰਮੂਲਾ ਲਗਾਵਾਂਗੇ ਪ੍ਰੋਫਿਟ डिवाइड बाय कॉस्ट प्राइस मल्टीप्लाई बाय 100। सो 0 नाल 0 कट्टी गई, 2 ते गया 3 ते 20/3%। इनू आपां 6 2/3% भी लिख सकते हैं। सो इन्ना प्रॉफिट होया मोहन। A bought a horse for ₹9,000। A ने एक घोड़ा खरीदिया 9,000 ਦਾ, B ਨੂੰ ਵੇਚਿਆ 10% लॉस ਤੇ। सो 9,000 ਦਾ ਸੀ, 9,000 ਤੇ 10% लॉस कितना आ जाऊगा 10/100। ਜੇ ਆਪਾਂ ਕਰਕੇ ਦੇਖੀਏ 900 ਰੁਪਏ ਦਾ, ਤਾਂ ਮਤਲਬ 9,000 ਦਾ ਖਰੀਦਿਆ ਤੇ B ਨੂੰ 8100 ਦਾ ਵੇਚਦਾ। B ਦੇ ਲਈ ਇਹ ਕਾਸਟ ਪ੍ਰਾਈਸ ਬਣ ਗਈ 8100। ਸੋ B ਨੇ ਦੁਬਾਰਾ ਤੋਂ ਉਹੀ ਘੋੜਾ A ਨੂੰ ਵੇਚਦਾ 10% ਪ੍ਰੋਫਿਟ ਤੇ। ਹੁਣ A ਨੂੰ ਪੂਰੀ ਟ੍ਰਾਂਜੈਕਸ਼ਨ ਵਿੱਚ ਗੇਨ ਹੋਇਆ ਜਾਂ ਲਾਸ ਹੋਇਆ। B ਲਈ ਜੋ ਪ੍ਰੋਫਿਟ ਬਣ ਗਿਆ ਉਹ A ਦਾ ਨੁਕਸਾਨ ਹੈ, ਕਿਉਂਕਿ ਪਹਿਲਾਂ ਹੀ A ਨੇ B ਨੂੰ ਘੱਟ ਰੇਟ ਤੇ ਵੇਚਿਆ, ਲਾਸ ਤੇ ਵੇਚਿਆ। ਸੋ ਉਰੇ ਆਪਾਂ ਨੇ B ਦਾ ਸਿੰਪਲੀ ਪ੍ਰੋਫਿਟ ਕੱਢਣਾ ਹੈ। ਸੋ 8100 ਉੱਤੇ B ਨੇ ਕਿੰਨਾ ਪਰਸੈਂਟ 10% ਦੇ ਪ੍ਰੋਫਿਟ ਤੇ ਵੇਚਿਆ। ਸੋ 810 ਰੁਪਏ ਦਾ A ਨੂੰ ਹੋਇਆ ਨੁਕਸਾਨ। ਬਾय ਸੈਲਿੰਗ 8 ਡਜ਼ਨ ਆਫ ਪੈਨਸਿਲ, ਇੱਕ ਸ਼ਾਪਕੀਪਰ ਨੂੰ ਗੇਨ ਹੋਇਆ ਜਿੰਨਾ ਉਹਨੂੰ 1 ਦਰਜਨ ਪੈਨਸਲਾਂ ਵੇਚਣ ਤੇ ਗੇਨ ਹੋਣਾ ਸੀ। ਸੋ ਸਭ ਤੋਂ ਪਹਿਲਾਂ ਗੇਨ ਕੀ ਹੋਊਗਾ, ਜਿੰਨੀ ਸੈਲਿੰਗ ਪ੍ਰਾਈਸ ਹੈ 8 ਪੈਨਸਲਾਂ ਦੀ ਮਾਈਨਸ ਜਿੰਨੀ ਕਾਸਟ ਪ੍ਰਾਈਸ ਹੈ 8 ਪੈਨਸਲਾਂ ਦੀ। ਹੁਣ ਇਹ ਗੇਨ ਕਿਸ ਚੀਜ਼ ਦੇ ਬਰਾਬਰ ਹੈ, ਇਹ ਗੇਨ ਬਰਾਬਰ ਹੈ ਜੋ 1 ਦਰਜਨ ਪੈਨਸਲਾਂ ਦੀ SP ਹੈ। ਸੋ ਸੈਲਿੰਗ ਪ੍ਰਾਈਸ ਆਫ 1 ਡਜ਼ਨ ਕਿਹਦੇ ਬਰਾਬਰ ਹੈ, ਇਸ ਗੇਨ ਦੇ ਬਰਾਬਰ ਹੈ। ਹੁਣ ਜਦੋਂ ਆਪਾਂ SP ਆਫ 1 ਡਜ਼ਨ ਲਿਖਿਆ SP of 1 dozen is equal to SP of 8 pencil minus CP of 8 pencil। सो ਹੁਣ ਜੇ ਆਪਾਂ ਇਹਨੂੰ ਦੇਖੀਏ, ਹੁਣ 1 ਡਜ਼ਨ ਇੱਧਰ ਹੈ 8 ਡਜ਼ਨ ਪੈਨਸਿਲ ਇੱਧਰ ਨੇ, ਤਾਂ ਹੁਣ ਆਪਾਂ ਇਹਨੂੰ ਇਹ ਚੋਂ ਮਾਈਨਸ ਕਰ ਸਕਦੇ ਹਾਂ। ਸੋ SP ਹੈ ਜਿੰਨੀ 7 ਡਜ਼ਨ ਪੈਨਸਿਲ ਦੀ, ਉਹ 8 ਡਜ਼ਨ ਪੈਨਸਿਲ ਦੀ CP ਦੇ ਬਰਾਬਰ ਹੈ। ਮੰਨ ਲਓ ਕਾਸਟ ਪ੍ਰਾਈਸ ਹਰ ਡਜ਼ਨ ਦੀ 12 ਪੈਨਸਿਲਾਂ ਦੀ ਹੈ ਇੱਕ, ਤਾਂ 7 ਦੀ ਕਿੰਨੀ ਹੋਊਗੀ 7 ਰੁਪਏ, 8 ਦੀ ਕਿੰਨੀ ਹੋਊਗੀ 8 ਸੈਲਿੰਗ ਪ੍ਰਾਈਸ। ਹੁਣ ਆਪਾਂ ਨੇ ਗੇਨ ਕੱਢਣਾ, ਸੈਲਿੰਗ ਪ੍ਰਾਈਸ ਹੈ 7 ਡਜ਼ਨ ਦਾ 8, ਕਾਸਟ ਪ੍ਰਾਈਸ ਹੈ 7, ਤਾਂ ਹੁਣ ਆਪਾਂ ਉਰੇ ਗੇਨ ਪਰਸੈਂਟ ਕਿਵੇਂ ਕੱਢਾਂਗੇ 1/7। 1 ਕਿਉਂ ਲਿਖਿਆ, ਕਿਉਂਕਿ ਆਪਾਂ ਨੂੰ ਗੇਨ ਕਿੰਨਾ ਹੋਇਆ 7 ਦੀ ਲੈ ਕੇ 8 ਦੀ ਵੇਚੀ ਹੈ ਤਾਂ 1 ਰੁਪਏ ਦਾ, ਡਿਵਾਈਡ ਬਾय ਕਾਸਟ ਪ੍ਰਾਈਸ ਕਿੰਨੀ ਸੀ 7, ਮਲਟੀਪਲਾਈ ਬਾय 100। ਸੋ 100/7 ਜਦੋਂ ਆਪਾਂ ਫ੍ਰੈਕਸ਼ਨ ਵਿੱਚ ਕਰਾਂਗੇ ਤਾਂ ਇਹ ਆ ਜਾਊਗਾ 14/2/7%। ਇਸ ਟਾਈਪ ਦੇ ਕੁਐਸਚਨ ਵੀ ਪੇਪਰ 'ਚ ਬਹੁਤ ਆਉਂਦੇ ਨੇ। ਸੋ ਤੁਸੀਂ ਬਸ ਇਹ ਸਮਝਣਾ ਹੈ ਕਿ ਇਕੁਏਸ਼ਨ ਦੇ ਵਿੱਚ ਉਹਨਾਂ ਨੇ ਕਿਹੜੀ ਚੀਜ਼ ਕਿਹਦੇ ਬਰਾਬਰ ਰੱਖਣ ਨੂੰ ਕਿਹਾ ਹੈ।